इस वक्त असी मौजूद हाँ मोरिंडे दे विच, जिथे कि किसानां दे वल्लों पिछले 1 महीने तो रेल रोको धरना जारी है। इस धरने दे विच अज वड्डी गिनती विच पंजाबी कलाकार, पंजाबी इंडस्ट्री, पंजाबी कलाकार भी शमूलीयत की। उन्होंने किसानां नूं समर्थन दिता अते वड्डी गिनती विच किसान भी इत्थे मौजूद हैं। किसानां दा यही कहना है कि ये खेती आर्डीनेंस रद्द करवाने ने, इन्हां विच सोध नहीं करवानी, इन्हां नूं रद्द करवाने ने। आओ गलबात करते हैं किसानां दे नाल अते पंजाबी इंडस्ट्री नाल कि वो की चाहुंदे ने, क्यों धरने दे विच शामिल होए ने ते धरने दा की नतीजा निकल के आएगा। साडे नाल मौजूद ने पंजाबी इंडस्ट्री के हासरस कलाकार जिहड़े कि पंजाब के लोगों को हसाउंदे भी ने ते किते ना किते उन्हां दी नाटक दे विच, उन्हां दी फिल्म दे विच कोई ना कोई मैसेज जरूर छुपिया हुंदा है। गुरचेत चित्रकार जी, स्वागत है तुहाडा साडे। सत श्री अकाल जी, सत श्री अकाल साਰਿਆਂ गुरचेत जी, पहला सवाल भी तुसी धरने दे विच मौजूद हो, तुहानूं पता पंजाब भर दे विच वड्डे लैवल ते धरना लगाया जा रहा है किसानां दे वल्लों और कलाकारां वल्लों भी शमूलीयत की जा रही है, पर किते ना किते कोई तुहानूं लगदा है नतीजा निकलेगा इन्हां धरनिਆਂ ਦਾ? बिल्कुल जी, बिल्कुल सरकार ਨੂੰ ਝੁਕਣਾ ਹੀ ਪੈਣਾ ਹੈ क्योंकि जिस तरह ਹੁਣ ਬੱਚੇ ਬੁੱਢੇ 80 ਸਾਲ ਦੀਆਂ ਮਾਈਆਂ ਨਿੱਕੇ ਨਿੱਕੇ ਬੱਚੇ ਵੀ ਧਰਨਿਆਂ ਤੇ ਆ ਰਹੇ ਨੇ, ਦਾਦੀ ਪੋਤੇ ਨਾਲ ਆ ਰਹੀ ਹੈ क्योंकि ਜਿਹੜੇ ਸੰਘਰਸ਼ ਹੈ ਮੇਰੇ ਹਿਸਾਬ ਨਾਲ ਇਹਨਾਂ ਨੂੰ ਸਰਕਾਰ ਨੂੰ ਝੁਕਣਾ ਹੀ ਪਊਗਾ ਜੀ। ਤੁਹਾਨੂੰ ਨਹੀਂ ਲੱਗਦਾ ਕਿ ਮੋਦੀ ਸਰਕਾਰ ਕਿਤੇ ਨਾ ਕਿਤੇ ਜਿੱਦ ਤੇ ਅੜੀ ਹੋਈ ਹੈ, ਜਾਂ ਕੋਈ ਮੋਦੀ ਸਰਕਾਰ ਦੀ ਕੋਈ ਨਾ ਕੋਈ ਮਜਬੂਰੀ ਹੈ, ਮਜਬੂਰੀ ਅਦਾਨੀ ਅੰਬਾਨੀ ਕੋਈ ਵੀ ਹੋ ਸਕਦੀ ਹੈ? ਉਹਨਾਂ ਦੀ ਬਸ ਮਜਬੂਰੀ ਇਹੀ ਹੈ ਜੀ, ਜਿਹੜੀ ਇਹ ਸਰਕਾਰ ਹੈ ਇਹ ਸਿਰਫ ਸਰਮਾਏਦਾਰਾਂ ਦੀ ਹਮਦਰਦ ਹੈ, ਉਹਨਾਂ ਨੂੰ ਹੀ ਪ੍ਰਮੋਟ ਕਰਦੀ ਹੈ। ਨਾ ਇਹਨਾਂ ਨੂੰ ਮਜ਼ਦੂਰਾਂ ਤੱਕ ਕੋਈ ਮਤਲਬ ਹੈ, ਕਿੰਨੇ ਮਜ਼ਦੂਰ ਮਰੇ ਉਦੋਂ, ਨਾ ਇਹਨਾਂ ਨੂੰ ਕੋਈ ਕਿਸਾਨਾਂ ਨਾਲ ਹਮਦਰਦੀ ਹੈ, ਨਾ ਹੀ ਇਹਨਾਂ ਨੂੰ ਕਿਸੇ ਨਾਲ ਹਮਦਰਦੀ ਹੈ। ਇਹਨਾਂ ਨੇ ਤਾਂ ਸਿਰਫ ਜਿਹੜੇ ਅਡਾਨੀ ਅਬਾਨੀ ਵਰਗੇ ਨੇ ਉਹਨਾਂ ਨੂੰ ਹੀ ਬੜਾਵਾ ਦੇਣਾ ਹੈ। ਲੋਕਤੰਤਰ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਲੋਕਤੰਤਰ ਰਾਜ ਹੈ। ਆਪਾਂ ਹੀ ਸਰਕਾਰਾਂ ਚੁਣੀਆਂ ਨੇ, ਆਪਾਂ ਹੀ ਇਹ ਸਰਕਾਰ ਨੂੰ ਚੁਣ ਕੇ ਭੇਜਿਆ। ਆਉਣ ਵਾਲਾ ਸਮਾਂ ਵੋਟਾਂ ਦਾ ਹੈ, ਵੋਟਾਂ ਦੇ ਵਿੱਚ ਆਪਾਂ ਫਿਰ ਇਹਨਾਂ ਸਰਕਾਰਾਂ ਨੂੰ ਚੁਣਦੇ ਹਾਂ ਤੇ ਉਹ ਆਪਣੀ ਮਰਜ਼ੀ ਨਾਲ ਫੈਸਲੇ ਲੈਂਦੇ ਨੇ। ਮੋਦੀ ਸਰਕਾਰ ਨੂੰ ਸੜਕਾਂ ਤੇ ਰੇਲਵੇ ਟਰੈਕਾਂ ਤੇ ਇਹ ਕਿਸਾਨ ਮਜ਼ਦੂਰ ਨਹੀਂ ਦੇਖ ਰਹੇ, ਤੁਹਾਨੂੰ ਕੀ ਲੱਗਦਾ? ਦੇਖੋ ਜੀ, ਜਿਹੜੇ ਇਹ ਸਾਡੇ ਲੋਕ ਨੇ, ਬੇਵਕੂਫ ਲੋਕ ਨੇ, ਇਹ ਲੋਲੀਪੌਪ ਬਹੁਤ ਛੇਤੀ ਆ ਜਾਂਦੇ ਨੇ। 5 ਸਾਲ ਇਹਨਾਂ ਨੂੰ ਲੋਲੀਪੌਪ ਦੇ ਜਾਂਦੇ ਨੇ, ਫਿਰ ਇਹ ਸੁੱਤੇ ਰਹਿੰਦੇ ਨੇ। ਉਦੋਂ ਬਾਅਦ ਫੇਰ ਆਉਂਦੇ ਨੇ, ਫੇਰ ਆਉਂਦੇ ਨੇ। ਅਸਲ ਮੈਨੂੰ ਹੁਣ ਪਤਾ ਲੱਗਿਆ ਵੀ ਜਿਹੜਾ ਸੋਸ਼ਲ ਡਿਸਟੈਂਸ ਸਾਨੂੰ ਕਰੋਨਾ ਨੇ ਸਿਖਾਇਆ, ਬਟ ਜਿਹੜੇ ਲੀਡਰ ਨੇ ਨਾ, ਇਹਨਾਂ ਨੇ ਸਾਨੂੰ 5-5 ਸਾਲ ਦਾ ਸੋਸ਼ਲ ਡਿਸਟੈਂਸ ਰੱਖਣਾ ਪਹਿਲਾਂ ਹੀ ਸਾਡੇ ਤੋਂ ਦੂਰ ਰਹਿੰਦੇ ਨੇ। ਇਹ 5-5 ਸਾਲ ਦਾ ਸੋਸ਼ਲ ਡਿਸਟੈਂਸ ਰੱਖਦੇ ਨੇ ਇਹ, ਹੈ ਨਾ। ਇਹ ਕਦੇ ਵੀ ਕਿਸੇ ਦੇ ਨਹੀਂ ਹੋਏ ਹੈਗੇ। ਸਾਡੇ ਲੋਕ ਨੇ ਜਿਹੜੇ, ਇਹਨਾਂ ਨੂੰ ਹੁਣ ਜਾਗਣਾ ਪਊਗਾ। ਕੋਈ ਦੇਸ਼ ਨੂੰ ਚਲਾਉਣ ਵਾਸਤੇ ਕੋਈ ਸੂਝਵਾਨ ਤੇ ਅਕਲਮੰਦ ਪੜ੍ਹਿਆ ਲਿਖਿਆ ਪ੍ਰਧਾਨ ਮੰਤਰੀ ਦੀ ਜ਼ਰੂਰਤ ਹੁੰਦੀ ਹੈ ਨਾ। ਜਾਲੀ ਡਿਗਰੀਆਂ, ਝੂਠ ਇੱਧਰ ਝੂਠ, ਸਾਰਾ ਝੂਠ ਕਿੰਨਾ ਕੁ ਝੂਠ ਬੋਲੀ ਜਾਣਗੇ। ਉਹਦੇ ਕਰ ਦੇਰ ਹੈ ਅੰਧੇਰ ਨਹੀਂ, ਉਹਦੀ ਲਾਠੀ ਤੋਂ ਨਹੀਂ ਡਰਦੇ ਹੈਗੇ, ਹੈ ਨਾ। ਕਾਸ ਵਾਸਤੇ ਨਾ ਰਨ ਹੈ ਨਾ ਕੰਨ ਹੈ, ਕਾਹਦੇ ਵਾਸਤੇ ਤੁਸੀਂ ਇੰਨੀਆਂ ਠੱਗੀਆਂ ਠੋਰੀਆਂ ਬੇਈਮਾਨੀਆਂ ਕਰਦੇ ਹੋ ਹੈ? ਲੋਕਾਂ ਦਾ ਘਾਣ ਕਰਤਾ ਤੁਸੀਂ ਨੇ, ਹੈ ਨਾ। ਵੀ ਕੀ ਇੱਥੇ ਹੀ ਰਹਿ ਜਾਣਾ ਸਾਰਾ ਕੁਛ? ਮੈਂ ਕਹਿਣਾ ਨਾ ਵੀ ਤੁਹਾਨੂੰ ਰੱਬ ਨੇ ਤੁਹਾਨੂੰ ਸੱਤਾ ਦਿੱਤੀ ਹੈ, ਤੁਹਾਨੂੰ ਤਾਕਤ ਦਿੱਤੀ ਹੈ, ਇਹਦਾ ਤੁਸੀਂ ਗਲਤ ਫਾਇਦਾ ਨਾ ਲਓ, ਹੈ ਨਾ। ਇਹਦੇ ਨਾਲ ਹੀ ਤੁਸੀਂ ਭਲੇ ਕਰੋ ਜੇ ਤਾਂ ਕਿ ਇਤਿਹਾਸ ਦੇ ਵਿੱਚ ਤੁਹਾਨੂੰ ਲੋਕ ਯਾਦ ਰੱਖਣ। ਪੰਜਾਬ ਦੀਆਂ ਸਿਆਸੀ ਪਾਰਟੀਆਂ ਵੱਲੋਂ ਵੀ ਆਪਣੇ ਆਪਣੇ ਤਰੀਕੇ ਨਾਲ ਰੈਲੀਆਂ ਕੀਤੀਆਂ ਜਾ ਰਹੀਆਂ ਨੇ, ਧਰਨੇ ਕੀਤੇ ਜਾ ਰਹੇ ਨੇ, ਪਰ ਕੀ ਲੱਗਦਾ ਕਿ ਸਿਆਸੀ ਪਾਰਟੀਆਂ ਦਿਲੋਂ ਕਿਸਾਨਾਂ ਦੇ ਨਾਲ ਤੁਰ ਰਹੀਆਂ ਨੇ ਕਿ ਸਿਰਫ ਇੱਕ ਵੋਟ ਬੈਂਕ? ਵੀਰ ਜੀ, ਜੇ ਉਹ ਦਿਲੋਂ ਤੁਰਦੀਆਂ ਹੁੰਦੀਆਂ ਨਾ ਤਾਂ ਆਪਣੇ ਝੰਡੇ ਲਾ ਕੇ ਆਉਂਦੀਆਂ। ਟਰੈਕਟਰਾਂ ਦੇ ਉੱਤੇ ਵੱਡੇ ਝੰਡੇ ਲੱਗੇ ਨੇ, ਰਸਤੇ ਵਿੱਚ ਵੱਡੇ ਬੈਨਰ ਲੱਗੇ ਹੋਏ ਨੇ ਪਾਰਟੀਆਂ ਦੇ, ਹੈ ਨਾ। ਜੇ ਉਹ ਕਿਸਾਨਾਂ ਦੀਆਂ ਹਮਦਰਦ ਹੁੰਦੀਆਂ ਨਾ ਤਾਂ ਕਿਸਾਨਾਂ ਦੇ ਨਾਲ ਆ ਕੇ ਕਿਸਾਨਾਂ ਦਾ ਝੰਡਾ ਫੜਦੀਆਂ, ਕਿਸਾਨਾਂ ਦੇ ਨਾਲ ਬਹਿੰਦੀਆਂ, ਹੈ ਨਾ। ਸਾਡੇ ਮੰਦਬੁੱਧੀ ਲੋਕ ਨੇ ਜਿਹੜੇ ਉਹਨਾਂ ਦੇ ਮਗਰ ਲੱਗਦੇ ਨੇ, ਅਸੀਂ ਤਾਂ ਆਪ ਇਹੀ ਕਹਿੰਦੇ ਹੁੰਦੇ ਹਾਂ, ਹੈ ਨਾ, ਕਿਉਂਕਿ ਪਾਗਲ ਲੋਕ ਨੇ ਜਿਹੜੇ ਹਜੇ ਵੀ ਨਹੀਂ ਸਮਝਦੇ ਹੈਗੇ ਇੰਨਾ ਕੁਝ ਹੋ ਗਿਆ। ਹੁਣ ਦੇਖੋ ਕਿਸਾਨ ਮੋਰਚਾ ਸਿਖਰ 'ਤੇ ਆ, ਇਹਨਾਂ ਨੇ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਗਈ, ਇੱਕ ਉਹ ਹਮਲਾ ਹੋ ਗਿਆ ਭਾਜਪਾ ਦੇ ਨੇਤਾ 'ਤੇ। ਇਹ ਸਿਰਫ ਇਸ ਤੋਂ ਭੰਗ ਕਰਨ ਦੀ, ਧਿਆਨ ਭਟਕਾਉਣ ਦੀ ਇਹਨਾਂ ਦੀ ਸਾਜ਼ਿਸ਼ਾਂ ਨੇ, ਚਾਲਾਂ ਨੇਗੀਆਂ। ਪਰ ਸਾਡੇ ਲੋਕ ਹੁਣ ਇਹਨਾਂ ਦੀਆਂ ਲੂੰਬੜ ਚਾਲਾਂ ਨੂੰ ਚੰਗੀ ਤਰ੍ਹਾਂ ਸਮਝ ਸਕੇ ਨੇ। ਕੀ ਲੱਗਦਾ ਕਿ ਜੇਕਰ ਕੇਂਦਰ ਸਰਕਾਰ ਨਹੀਂ ਸੁਣਦੀ ਤਾਂ ਅਗਲੀ ਰਣਨੀਤੀ ਕੀ ਹੈ? ਦਿੱਲੀ ਮੋਰਚਾ ਲਗਾਉਣ ਦਾ ਕੀ ਪਲਾਨ ਹੈ, ਜਾਂ ਅਗਲੀ ਕੋਈ ਰਣਨੀਤੀ ਤੁਹਾਡੀ? ਦੇਖੋ ਜੀ, ਇਹ ਤਾਂ ਹੁਣ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਪਤਾ। ਅਸੀਂ ਤਾਂ ਦਿੱਲੀ ਨਾਲ ਜਾਵਾਂਗੇ, ਜੇ ਦਿੱਲੀ ਗਏ ਅਸੀਂ ਜਾਵਾਂਗੇ, ਅਸੀਂ ਤਾਂ ਮੋਢੇ ਨਾਲ ਮੋਢਾ ਜੁੜ ਕੇ ਖੜਾਂਗੇ ਜੀ। ਅਸੀਂ ਸੱਚ ਕਹਿੰਦੇ ਆਏ ਹਾਂ, ਸੱਚ ਬੋਲਦੇ ਆਵਾਂਗੇ, ਜੋ ਮਰਜ਼ੀ ਹੋ ਜਾਏ। ਕਿਤੇ ਨਾ ਕਿਤੇ ਪੰਜਾਬੀ ਕਿਸਾਨ ਜਥੇਬੰਦੀਆਂ ਤਾਂ ਪੰਜਾਬ ਦੇ ਵਿੱਚ ਇਕੱਠੀਆਂ ਹੋ ਗਈਆਂ, 30 ਦੇ ਕਰੀਬ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਇੱਕ ਝੰਡੇ ਥੱਲੇ ਆ ਗਈਆਂ, ਪਰ ਕਿਤੇ ਨਾ ਕਿਤੇ ਥੋੜੀ ਬਹੁਤ ਪੰਜਾਬੀ ਇੰਡਸਟਰੀ ਨਾਲ ਤਾਂ ਤੁਰ ਰਹੀ ਹੈ ਕਿਸਾਨਾਂ ਦੇ, ਪਰ ਇੱਕ ਹੋਣ ਵਿੱਚ ਥੋੜਾ ਜਿਹਾ ਫਰਕ ਹੈ।
ਉਸ ਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਨਹੀਂ ਹੁਣ ਵੈਸੇ ਜਿੰਨੇ ਵੀ ਨੇ ਚਾਹੇ ਤੰਬੂ ਸਾਰੇ ਵੱਖੋ ਵੱਖਰੇ ਨੇ, ਮਿਸ਼ਨ ਸਭ ਦਾ ਇੱਕੋ ਹੈ। ਮਿਸ਼ਨ ਸਭ ਦਾ ਇਹ ਬਿੱਲ ਦਾ ਵਿਰੋਧ ਹੈ ਹਨਾ। ਸਾਰੇ ਕਿਸਾਨ ਇੱਕ ਨੇ, ਸਾਰੇ ਜਿੰਨੇ ਵੀ ਨੇ ਵੀ ਹੁਣ ਦੂਸਰੇ ਵੀ ਚਾਹੇ ਕਲਾਕਾਰ ਵੀ ਨੇ, ਤੁਹਾਡੇ ਬੰਦੀਆਂ ਮਾੜਿਆਂ ਮੋਟਾ ਇਹਦਾ ਚੱਲਦਾ ਹੀ ਹੈ ਹਨਾ। ਬਟ ਅੰਦਰੋਂ ਸਾਰੇ ਇਹਨੇ ਵੀ ਬਸ ਵੀ ਬਿੱਲ ਦਾ ਜੋੜ ਵੱਢਿਆ ਜਾਵੇ। ਤੇ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ? ਮੈਸੇਜ ਬਸ ਇਹੀ ਹੈ ਜੀ, ਮੇਰੀ ਤਾਂ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਪੜ੍ਹਿਆ ਲਿਖਿਆ ਤੇ ਸੂਝਵਾਨ ਲੀਡਰ ਚੁਣਿਆ ਕਰੋ, ਨਹੀਂ ਦੇਸ਼ ਦਾ ਪੱਠਾ ਬਹਿ ਜਾਊਗਾ। ਥੈਂਕ ਯੂ ਸੋ ਮਚ। ਧਰਨੇ ਦੇ ਵਿੱਚ ਕਲਾਕਾਰਾਂ ਦੀ ਲਿਸਟ ਲੰਬੀ ਹੁੰਦੀ ਜਾ ਰਹੀ ਹੈ। ਸਾਡੇ ਨਾਲ ਪੰਜਾਬੀ ਕਲਾਕਾਰ ਜੁੜੇ ਨੇ, ਗੁਰਪ੍ਰੀਤ ਕੌਰ ਭੰਗੂ ਜੀ। ਮੈਡਮ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ। ਥੈਂਕ ਯੂ ਜੀ, ਥੈਂਕ ਯੂ। ਮੈਡਮ ਜੀ ਕਿਵੇਂ ਲੱਗਦਾ, ਤੁਸੀਂ ਫਿਲਮੀ ਦੁਨੀਆ ਵਿੱਚੋਂ ਨਿਕਲ ਕੇ ਜ਼ਮੀਨੀ ਹਕੀਕਤ ਤੇ ਆਏ ਹੋ, ਕਿਸਾਨਾਂ ਦੇ ਧਰਨੇ ਵਿੱਚ ਆਏ ਹੋ, ਕਿਵੇਂ ਤੁਹਾਨੂੰ ਮਹਿਸੂਸ ਹੁੰਦਾ? ਦੇਖੋ ਬੇਟਾ, ਮੇਰਾ ਕਹਿਣਾ ਇਹੀ ਹੈ ਕਿ ਅਸੀਂ ਕਲਾਕਾਰ ਬਾਅਦ 'ਚ, ਇਨਸਾਨ ਪਹਿਲਾਂ। ਅਸੀਂ ਇਸ ਧਰਤੀ ਦੇ ਧੀਆਂ ਪੁੱਤਾਂ ਤੇ ਅਸੀਂ ਉਹਨਾਂ ਅਨਜਾਇਆਂ ਦੇ ਘਰਾਂ 'ਚ ਪੈਦਾ ਹੋਏ ਹਾਂ। ਭਾਵੇਂ ਇਹ ਮਜ਼ਦੂਰ ਵਰਗ ਹੈ, ਵਪਾਰਕ ਵਰਗ ਹੈ ਜਾਂ ਆੜਤੀ ਨੇ, ਹਰ ਵਰਗ ਨਪੀੜਿਆ ਜਾ ਰਿਹਾ। ਸਾਡੀਆਂ ਸਰਕਾਰਾਂ ਨੇ ਕੋਈ ਅੱਜ ਹੀ ਨਹੀਂ ਵੀ ਇਹ ਕਿਸਾਨੀ ਤੇ ਅੱਜ ਹੀ ਹਮਲਾ ਕੀਤਾ। 1947 ਤੋਂ ਬਾਅਦ ਲਗਾਤਾਰ ਔਰਤ ਵਰਗ ਤੇ ਹਮਲੇ ਹੁੰਦੇ ਆਏ ਨੇ। 2 ਸਾਲ ਦੀ ਬੱਚੀ ਤੋਂ ਲੈ ਕੇ 90 ਸਾਲ ਦੀ ਮਾਂ ਤੱਕ ਦਾ ਬਲਾਤਕਾਰ, ਜਾਂ ਸਾਡੀ ਹਾਲਤ ਇਹੋ ਜਿਹੀ ਕਰਤੀ ਕਿ ਸਾਡੇ ਜਿਹੜੇ ਬੱਚੇ ਹੈ ਉਹ ਪੜ੍ਹ ਲਿਖ ਕੇ ਬੇਰੁਜ਼ਗਾਰ ਬਾਹਰ ਨੂੰ ਸਾਰੇ ਬੱਚੇ ਸਾਡੇ ਜਾ ਰਹੇ ਨੇ। ਤੇ ਸਾਡੀ ਜਿਹੜੀ ਕਿਸਾਨੀ ਹੈ, ਹੁਣ ਕਿਸਾਨੀ ਤੇ ਹਮਲਾ ਹੈ। ਇਹ ਜਿਹੜੀ ਕਿਸਾਨੀ ਹੈ ਇਹ ਕੋਈ ਆਖਰੀ ਨਹੀਂ ਤੇ ਪਹਿਲੀ ਨਹੀਂ, ਕਿਉਂਕਿ ਜੇ ਸਾਡੇ ਦੇਸ਼ ਦਾ ਅੰਨਦਾਤਾ, ਜਿਹੜਾ ਸਾਡੀ ਦੇਸ਼ ਦੀ ਰੀੜ੍ਹ ਦੀ ਹੱਡੀ ਹੈ, ਜੇ ਰੀੜ੍ਹ ਦੀ ਹੱਡੀ ਟੁੱਟ ਗਈ ਤਾਂ ਸਾਡਾ ਦੇਸ਼ ਕਿਵੇਂ ਬਚੂਗਾ? ਮੁੱਠੀ ਭਰ ਲੋਕਾਂ ਨੂੰ ਇੱਥੇ ਰਾਜ ਕਰਨ ਦੇ ਲਈ, ਅੰਡਾਨੀਆਂ ਅਬਾਨੀਆਂ ਨੂੰ, ਸਾਡੇ ਜਿਹੜਾ ਪ੍ਰਾਈਮ ਮਿਨਿਸਟਰ ਹੈ ਜਾਂ ਸਾਡੀ ਜਿਹੜੀ ਕੇਂਦਰ ਸਰਕਾਰ ਹੈ, ਉਹਨਾਂ ਨੇ ਕਾਲੇ ਕਾਨੂੰਨ ਬਣਾਏ ਨੇ। ਤੇ ਮੈਂ ਦਾਅਵੇ ਨਾਲ ਕਹਿੰਦੀ ਹਾਂ ਕਿ ਜਦੋਂ ਜ਼ੁਲਮ ਦੀ ਅੱਤ ਜਾਂ ਇੰਤਹਾ ਹੋ ਜਾਂਦੀ ਹੈ ਤਾਂ ਫਿਰ ਲੋਕ ਜਾਗਦੇ ਨੇ। ਇਸ ਸੰਘਰਸ਼ ਦੇ ਵਿੱਚ ਜਿੰਨਾ ਬਣਦਾ ਯੋਗਦਾਨ ਸਾਡਾ ਫਰਜ਼ ਬਣਦਾ ਅਸੀਂ ਪਾ ਰਹੇ ਹਾਂ। ਪੰਜਾਬ ਵਿੱਚ ਹਰ ਵਰਗ ਵੱਲੋਂ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ, ਚਾਹੇ ਉਹ ਪੰਜਾਬੀ ਕਲਾਕਾਰ ਹੋਣ, ਚਾਹੇ ਕੋਈ ਵੀ ਵਰਗ ਹੋਵੇ। ਪਰ ਤੁਹਾਨੂੰ ਲੱਗਦਾ ਕੋਈ ਨਤੀਜਾ ਨਿਕਲ ਕੇ ਸਾਹਮਣੇ ਆਊਗਾ ਇਸ ਸੰਘਰਸ਼ ਦਾ? ਦੇਖੋ, ਸਾਨੂੰ ਇਹ ਸੋਚ ਕੇ ਸੰਘਰਸ਼ ਨਹੀਂ ਲੜਨਾ ਚਾਹੀਦਾ, ਕਿਉਂਕਿ ਇਹ ਕਾਲੇ ਕਾਨੂੰਨ ਹੈ ਜਿਹੜੇ, ਇਹ ਨਾਦਰਸ਼ਾਹੀ ਸਰਕਾਰ ਹੈ, ਇਹ ਡਿਕਟੇਟਰਸ਼ਿਪ ਹੈ ਸਰਕਾਰ, ਤਾਨਾਸ਼ਾਹੀ ਸਰਕਾਰ ਹੈ। ਅਸੀਂ ਪਰ ਜਿਹੜਾ ਲੋਕਾਂ ਦਾ ਸੰਘਰਸ਼ ਹੈ ਜਾਂ ਲੋਕਾਂ ਦਾ ਵਹਾਅ ਹੈ, ਇਹ ਖਿੱਚ ਕੇ ਲੈ ਜੂ। ਜਿਵੇਂ ਕਹਿੰਦੇ ਆ ਕਿ ਦਿੱਲੀ ਦੀ ਹਕੂਮਤ ਲਈ ਲੋਕਾਂ ਦੀ ਇਹ ਵੈਰ ਨੇ, ਲੋਕ ਹੜ੍ਹ ਲੈ ਜੂਗਾ। ਹੜ੍ਹਾ ਜਿਹੜਾ ਲੋਕਾਂ ਦਾ ਹੜ੍ਹ ਹੈ, ਜਦੋਂ ਇਹ ਇਕੱਠਾ ਹੋ ਕੇ ਇਕਜੁੱਟ ਹੋ ਕੇ ਸੰਘਰਸ਼ ਕਰੂਗਾ ਤਾਂ ਦੁਨੀਆ ਦੀ ਕੋਈ ਤਾਕਤ ਨਹੀਂ, ਕਿਉਂਕਿ ਇਹ ਜੇ ਅਸੀਂ ਜਿਹੜੇ ਹੱਥ ਬਣਾ ਸਕਦੇ ਨੇ, ਜਦੋਂ ਚਾਹਣ ਉਹ ਢਾਹ ਸਕਦੇ ਨੇ। ਜੇ ਅਸੀਂ ਅੱਜ ਉਹਨਾਂ ਨੂੰ ਬਣਾਇਆ ਤਾਂ ਅਸੀਂ ਢਾਹ ਵੀ ਸਕਦੇ ਹਾਂ। ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਕੇਂਦਰ ਸਰਕਾਰ ਜਿੱਦ ਤੇ ਅੜੀ ਹੋਈ ਹੈ ਇਸ ਸੰਘਰਸ਼, ਇਸ ਕਾਨੂੰਨ ਨੂੰ ਵਾਪਸ ਲੈਣ ਨੂੰ? ਜੇ ਕੇਂਦਰ ਸਰਕਾਰ ਜਿੱਦ ਤੇ ਅੜੀ ਹੈ ਤੇ ਸਾਡੇ ਕਿਸਾਨ ਤੇ ਅਸੀਂ ਲੋਕ ਵੀ ਜਿੱਦ ਤੇ ਹਾਂ, ਕਿਉਂਕਿ ਜੇ ਸਾਨੂੰ ਕੁਰਬਾਨੀ ਦੇਣੀ ਪਈ ਤਾਂ ਅਸੀਂ ਕੁਰਬਾਨੀਆਂ ਦੇਵਾਂਗੇ। ਧੰਨਵਾਦ ਜੀ ਮੈਡਮ। ਸਾਡੇ ਨਾਲ ਪੰਜਾਬੀ ਸਿੰਗਰ ਜੁੜ ਚੁੱਕੇ ਨੇ, ਬਾਈ ਅਮਰਜੀਤ ਸਿੰਘ ਜੀ। ਬਾਈ ਅਮਰਜੀਤ ਸਿੰਘ ਜੀ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਾਰੀ ਟੀਮ ਦਾ, ਪੂਰੀ ਦਾ, PTN TV ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ, ਬਾਈ ਅਮਰਜੀਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਕਿਵੇਂ ਲੱਗਦਾ, ਕਿਸਾਨਾਂ ਨੂੰ 1 ਮਹੀਨਾ ਹੋ ਗਿਆ ਇਸ ਰੇਲ ਰੋਕੋ ਧਰਨਿਆਂ ਤੇ ਬੈਠੇ, ਪੂਰੇ ਪੰਜਾਬ ਭਰ ਵਿੱਚ ਧਰਨੇ ਜਾਰੀ ਨੇ, ਵੱਡੀ ਗਿਣਤੀ ਵਿੱਚ ਕਲਾਕਾਰ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ, ਕੀ ਲੱਗਦਾ ਕੋਈ ਇਹਦਾ ਨਤੀਜਾ ਨਿਕਲ ਕੇ ਆਊਗਾ ਇਸ ਸੰਘਰਸ਼ ਦਾ? ਬਾਈ ਜੀ ਕਲਾਕਾਰ ਆਪਾਂ ਬਾਅਦ 'ਚ ਹੈ, ਪ੍ਰੈਸ ਰਿਪੋਰਟਰ ਬਾਅਦ 'ਚ ਹੈ, ਪਹਿਲਾਂ ਆਪਾਂ ਕਿਸਾਨ ਹੈ, ਜ਼ਿਮੀਂਦਾਰ ਹਾਂ, ਮਜ਼ਦੂਰ ਹਾਂ। ਆਪਾਂ ਸਾਰੇ ਮਜ਼ਦੂਰ ਏਕਤਾ ਇਕੱਠਾ ਹੋਇਆ ਵਾ ਇੱਥੇ, ਸਭ ਇਕੱਠੇ ਹੋਏ ਆ। ਤੁਸੀਂ ਇਲੈਕਟ੍ਰੋਨਿਕ ਪ੍ਰਿੰਟ ਮੀਡੀਆ ਜਿੰਨਾ ਵੀ ਆਇਆ, ਕਲਾਕਾਰ ਹੈ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਮੈਂ ਕਰਦਾ ਹਾਂ ਵੀ ਅਸੀਂ ਸਾਰੇ ਮੋਢੇ ਨਾਲ ਮੋਢਾ ਲਾਈ ਖੜੇ ਹਾਂ। ਜਦ ਤੱਕ ਸਾਡਾ ਮਸਲਾ ਹੱਲ ਨਹੀਂ ਹੁੰਦਾ ਅਸੀਂ ਪਿੱਛੇ ਨਹੀਂ ਹਟਦੇ। ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬੀਆਂ ਨੇ ਜਿਹੜੇ ਵੀ ਮੋਰਚੇ ਲਾਏ ਨੇ ਉਹ ਫਤਿਹ ਕੀਤੇ ਨੇ, ਪਰ ਇਸ ਵਾਰ ਜੇ ਗੱਲ ਕਰੀਏ ਕੇਂਦਰ ਸਰਕਾਰ ਦੀ ਤਾਂ ਉਹ ਵੀ ਬੜੀ ਆਪਣੀ ਜਿੱਦ ਤੇ ਅੜੀ ਹੈ। ਤੁਹਾਨੂੰ ਕੀ ਲੱਗਦਾ ਕਿ ਆਪਾਂ ਉਸ ਜਿੱਦ ਨੂੰ ਤੋੜ ਪਾਵਾਂਗੇ? ਦੇਖੋ, ਸਰਕਾਰਾਂ ਅਸੀਂ ਹੀ ਚੁਣ ਕੇ ਭੇਜਦੇ ਹਾਂ। ਇੱਕ ਵੋਟ ਦਾ ਰਾਈਟ ਸਾਡੇ ਕੋਲ, ਕੱਲੀ ਵੋਟ ਨਾਲ MP ਬਣਦਾ ਹੈ, ਉਹਨਾਂ MP ਨਾਲ ਸਰਕਾਰ ਬਣਦੀ ਹੈ। ਸੋ ਸਰਕਾਰ ਦਾ ਹੱਕ ਨਹੀਂ ਹੈਗਾ ਵੀ ਲੋਕਾਂ ਨੂੰ ਐਦਾਂ ਦਬੇ ਕੁਚਲ ਕੇ ਕੋਈ ਕਾਨੂੰਨ ਪੈਦਾ ਕਰਕੇ ਉੱਪਰ ਬੈਠ ਸਕਦੀ ਹੈ। ਅਸੀਂ ਆਪਣਾ ਹੱਕ ਲੈ ਕੇ ਹਟਾਂਗੇ। ਦਿਲ ਦਾ ਇਰਾਦਾ ਸਾਡਾ। 1 ਮਹੀਨਾ ਹੋ ਗਿਆ ਸਰਕਾਰ ਨੂੰ, ਇਹ ਧਰਨੇ, ਇਹ ਪੰਜਾਬ ਵਿੱਚ ਰੋਸ ਇਹ ਨਹੀਂ ਦਿਖਾਈ ਦੇ ਰਿਹਾ? ਸਰਕਾਰਾਂ ਨੂੰ ਸਭ ਕੁਝ ਦਿਖਦਾ ਹੈ। ਤੁਹਾਡਾ ਮੀਡੀਆ ਹੈ, ਅਸੀਂ ਜਿਹੜਾ ਪੰਜਾਬ ਦੇ ਵਿੱਚ ਮੀਡੀਆ ਦਿਖਾ ਰਿਹਾ ਹੈ, ਪਰ ਜਿਹੜਾ ਇੰਟਰਨੈਸ਼ਨਲ ਮੀਡੀਆ ਹੈ ਉਹ ਕਦੇ ਖਬਰ ਨਹੀਂ ਦਿਖਾ ਰਹੇ। ਐਡਾ ਪ੍ਰੋਟੈਸਟ ਹੋ ਰਿਹਾ, ਇੰਨਾ ਇਕੱਠ ਹੋ ਰਿਹਾ ਹੈ, ਉਹਨਾਂ ਨੂੰ ਵੀ ਦਿਖਾਉਣਾ ਚਾਹੀਦਾ ਹੈ। ਮੀਡੀਆ ਦੀ ਵੀ ਗਲਤੀ ਉਹਨਾਂ ਦੀ, ਕਿਉਂਕਿ ਜਿਹੜਾ ਵੱਡਾ ਮੀਡੀਆ ਉਹਦੀ ਗੱਲ ਜਾਣਾ ਜਾਂਦੀ, ਗੱਲ ਤਾਂ ਸਾਡੀ ਵੀ ਜਾਂਦੀ ਹੈ, ਗੱਲ ਉਹ ਸਾਰੀ ਜਾਂਦੀ, ਉਹਨਾਂ ਕੋਲ ਪਹੁੰਚਦੀ ਹੈ, ਪਰ ਉਹਨਾਂ ਦਾ ਵੀ ਹੱਕ ਬਣਦਾ, ਉਹਨਾਂ ਨੂੰ ਵੀ ਇਹ ਗੱਲ ਉੱਥੇ ਤੱਕ ਪਹੁੰਚਾਉਣੀ ਚਾਹੀਦੀ ਹੈ। ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੀ ਰਣਨੀਤੀ ਕੀ ਹੋਵੇਗੀ ਜੇਕਰ ਸਰਕਾਰ ਆਪਣੀ ਜਿੱਦ ਤੋਂ ਨਹੀਂ ਚੁੱਕਦੀ ਤਾਂ ਆਉਣ ਵਾਲਾ ਤੁਹਾਡਾ ਅਗਲਾ ਨਹੀਂ, ਜਿੱਦ ਤੇ ਤਾਂ ਸਰਕਾਰ ਝੁਕੀ ਵੀ ਹੈ। ਉਹ ਚਿੱਠੀ ਭੇਜ ਰਹੀ ਹੈ, ਲੈਟਰ ਆ ਰਹੇ ਨੇ ਵੀ ਆਓ ਸਾਡੇ ਨਾਲ ਬੈਠ ਕੇ ਗੱਲ ਕਰੋ। ਚਿੱਠੀ ਆ ਰਹੀ, ਪਰ ਗੱਲ ਕਿਸ ਮੁੱਦੇ ਤੇ ਹੋਣੀ ਆ? ਹੁਣ ਉਹ ਸਾਡੀਆਂ ਜਥੇਬੰਦੀਆਂ ਨੇ ਜਿੰਨੀਆਂ,
31 ਜਥੇਬੰਦੀਆਂ ਨੇ ਉਹ ਗੱਲ ਕਰ ਰਹੀਆਂ ਨੇ। ਜਿੱਦਾਂ ਉਹਨਾਂ ਦਾ ਅਗਲਾ ਫੈਸਲਾ ਹੋਊਗਾ ਉਹ ਉਸ ਫੈਸਲੇ ਨੂੰ ਲੈ ਕੇ ਫਿਰ ਉੱਥੇ ਬੈਠ ਕੇ ਗੱਲ ਕਰਨਗੇ। ਕੀ ਚਾਹੁੰਦੀਆਂ ਨੇ 31 ਜਥੇਬੰਦੀਆਂ ਦੀ ਕੀ ਮੰਗ ਹੈ ਸਰਕਾਰ ਨਾਲ, ਕਿਉਂਕਿ ਸਰਕਾਰ ਨੇ ਗੱਲਬਾਤ ਕਰਨ ਲਈ 2 ਵਾਰ ਚਿੱਠੀ ਭੇਜੀ ਹੈ ਪਰ ਜਥੇਬੰਦੀਆਂ ਵੱਲੋਂ ਚਿੱਠੀ ਠੁਕਰਾ ਦਿੱਤੀ ਜਾਂਦੀ ਹੈ। ਆਖਿਰ ਜਥੇਬੰਦੀਆਂ ਚਾਹੁੰਦੀਆਂ ਕੀ ਨੇ, ਕਿਸ ਤਰ੍ਹਾਂ ਗੱਲਬਾਤ ਕਰਨੀ ਚਾਹੁੰਦੇ? ਦੇਖੋ ਜਥੇਬੰਦੀਆਂ ਦਾ ਜੋ ਮੈਨੂੰ ਲੱਗ ਰਿਹਾ ਹੈ, ਜੋ ਇੱਕ ਸੱਦਾ ਹੁੰਦਾ ਹੈ, ਵਿਆਹ ਦਾ ਸੱਦਾ ਹੁੰਦਾ, ਅਸੀਂ ਕਿਸੇ ਨੂੰ ਕਿੱਦਾਂ ਦਿੰਦੇ ਬਾਈ ਜੀ ਆ ਜੀ ਤੂੰ, ਹੈ ਨਾ, ਟੈਲੀਫੋਨ ਕਰਦਾ ਕਿਸੇ ਨੂੰ, ਕਹਿੰਦੇ ਮੈਨੂੰ ਆ ਜੀ ਆ ਡੱਬਾ ਲੈ ਕੇ ਜਾਂਦੇ ਆ, ਉਹਦੇ ਵਿੱਚ ਕਹਿੰਦੇ ਪਰਿਵਾਰ ਸਮੇਤ ਆਉਣਾ ਬਾਈ ਜੀ, ਆਉਣਾ ਹੈ ਜ਼ਰੂਰ ਤੁਸੀਂ, ਮੈਂ ਤੁਹਾਨੂੰ ਉੱਥੇ ਸਵਾਗਤ ਵਾਸਤੇ ਖੜੂੰਗਾ। ਹੁਣ ਜਥੇਬੰਦੀਆਂ ਉਹ ਦੇਖ ਰਹੇ ਨੇ ਵੀ ਸਾਨੂੰ ਸੱਦਾ ਕੌਣ ਦੇ ਰਿਹਾ ਹੈ, ਸਾਡੇ ਨਾਲ ਕੌਣ ਬੈਠ ਕੇ ਉੱਥੇ ਗੱਲ ਕਰੂਗਾ। ਉਸ ਗੱਲ ਵਾਸਤੇ ਵਿਚਾਰ ਵਟਾਂਦਰਾ ਹੋ ਰਿਹਾ ਹੈ। ਜਦੋਂ ਉਹਨਾਂ ਨੂੰ ਅੱਛਾ ਲੱਗੇਗਾ ਸਾਡੀਆਂ ਜਥੇਬੰਦੀਆਂ ਜਾ ਕੇ ਉੱਥੇ ਗੱਲ ਕਰਨ ਵਾਸਤੇ ਤਿਆਰ ਨੇ। ਪੰਜਾਬ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ, ਕੀ ਕਹਿਣਾ ਚਾਹੋਗੇ ਪੰਜਾਬ ਦੇ ਨੌਜਵਾਨਾਂ ਨੂੰ, ਲੋਕਾਂ ਨੂੰ? ਪੰਜਾਬ ਦੇ ਲੋਕ, ਸਾਡਾ ਪੰਜਾਬ, ਪੰਜਾਬੀਅਤ ਜ਼ਿੰਦਾਬਾਦ ਸੀ, ਜ਼ਿੰਦਾਬਾਦ ਹੈ, ਜ਼ਿੰਦਾਬਾਦ ਰਹੇਗਾ। ਮੈਂ ਮੈਸੇਜ ਦੇਣ ਜੋਗਾ ਨਹੀਂ ਹੈਗਾ। ਸਾਡਾ ਪੰਜਾਬ ਮੋਢੇ ਨਾਲ ਮੋਢਾ ਲਾਈ ਖੜਿਆ ਹੈ। ਤੁਸੀਂ ਖੜੇ ਹੋ, ਅਸੀਂ ਖੜੇ ਹਾਂ, ਸਾਰੇ ਖੜੇ ਹਾਂ। ਜਦ ਤੱਕ ਸਾਡਾ ਮਸਲਾ ਹੱਲ ਨਹੀਂ ਹੁੰਦਾ ਸਾਰੇ ਡਟੇ ਰਹੋ, ਚੱਕ ਦਿਓ ਫੱਟੇ। ਸੰਘਰਸ਼ ਨੂੰ ਵੇਖ ਕੇ ਕੋਈ 2 ਲਾਈਨਾਂ ਤੁਸੀਂ ਜੇ ਸੁਣਾ ਦਿਓ ਤਾਂ। ਲਾਈਨਾਂ ਬੜੀਆਂ ਆਉਂਦੀਆਂ, ਹੁਣ ਬੜੇ ਗਾਣੇ ਆ, ਕਈ ਵਾਰੀ ਤੁਸੀਂ ਫਿਰ ਜ਼ਿਆਦਾ ਤੱਤਾ ਕਰ ਲੈਂਦੇ ਆ। ਇੱਕ ਮੇਰਾ ਗਾਣਾ ਆਇਆ ਸੀ ਬਹੁਤ ਪਹਿਲਾਂ ਹੀ, ਹਨੀ ਸਿੰਘ ਨੇ ਕੀਤਾ ਸੀ, ਕਹਿੰਦਾ ਜੇ ਇੱਕ ਵਾਰੀ ਜੱਟ ਨੇ ਗੰਡਾਸਾ ਚੱਕ ਲਿਆ ਨਹੀਂ, ਕਹਿੰਦਾ ਦਿੱਲੀ ਹਿੱਲ ਜੂ ਸੋਹਣੀ ਹੈ। ਉਦੋਂ ਮੈਨੂੰ ਲੱਗਦਾ ਹੁੰਦਾ ਸੀ ਵੀ ਇਹ ਗਾਣਾ ਥੋੜਾ ਜਿਹਾ ਤੱਤਾ ਹੈ। ਬੜਾ ਕ੍ਰਿਟਿਸਿਜ਼ਮ ਹੁੰਦਾ ਕਈ ਵਾਰੀ ਚੈਨਲਾਂ ਵਾਲੇ ਵੀ ਕਹਿੰਦੇ ਬਾਜੀ ਗੰਡਾਸੇ ਵਾਲੇ ਗਾਣੇ ਗਾਉਂਦੇ, ਰਫਲਾਂ ਵਾਲੇ ਗਾਣੇ ਗਾਉਂਦੇ, ਥੋੜੀ ਜਿਹੀ ਰੜਕ ਤੇ ਥੋੜੀ ਜਿਹੀ ਅੱਖ ਦੇ ਵਿੱਚ ਮੜਕ, ਇਹ ਜ਼ਰੂਰੀ ਹੈ, ਇਹ ਚਾਹੀਦੀ ਹੈ। ਰੋਬ ਜ਼ਰੂਰੀ ਹੈ, ਰੋਬ ਜ਼ਰੂਰੀ ਚਾਹੀਦਾ। ਗੁਰੂ ਸਾਹਿਬ ਨੇ ਵੀ ਕਿਹਾ ਹੈ ਵੀ ਆਖਰ ਦੇ ਵਿੱਚ ਹਥਿਆਰ ਜ਼ਰੂਰੀ ਹੈ। ਇਸ ਵਕਤ ਅਸੀਂ ਮੌਜੂਦ ਹਾਂ ਮੋਰਿੰਡੇ ਧਰਨੇ ਦੇ ਵਿੱਚ, ਜਿੱਥੇ ਕਿ ਕਲਾਕਾਰਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਜਾ ਰਹੀ ਹੈ, ਪੰਜਾਬੀ ਸਿੰਗਰਾਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ। ਸਾਡੇ ਨਾਲ ਮੌਜੂਦ ਨੇ ਪੰਜਾਬੀ ਸਿੰਗਰ ਜੈਲੀ ਜੀ। ਕਿਵੇਂ ਵੇਖਦੇ ਹੋ ਕਿ ਪਹਿਲੀ ਵਾਰੀ ਹੋਇਆ ਕਿਸੇ ਸੰਘਰਸ਼ ਵਿੱਚ ਕਲਾਕਾਰਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਜਾ ਰਹੀ ਹੈ? ਨਹੀਂ, ਪਹਿਲੀ ਵਾਰ ਨਹੀਂ ਹੋਇਆ ਜੀ। ਇਹ ਤਕਰੀਬਨ 2 ਮਹੀਨੇ ਹੋ ਗਏ ਨਾ ਇਹ ਸੰਘਰਸ਼ ਨੂੰ ਚੱਲਦੇ। ਸਾਰੇ ਕਲਾਕਾਰ ਘਰੋਂ ਨਿਕਲ ਕੇ ਆ ਰਹੇ ਆ, ਸਾਰੇ ਜਿੰਨੀ ਕੁ ਜਿੱਥੇ ਵੀ ਧਰਨੇ ਤੇ ਸਾਡਾ ਸਹਿਯੋਗ ਹੁੰਦਾ ਅਸੀਂ ਸਾਰੇ ਹੀ ਪਹੁੰਚਦੇ ਹਾਂ। ਅੱਜ ਪੰਜਾਬ ਦੇ ਅੰਦਰ ਪਤਾ ਨਹੀਂ ਕਿੰਨੀ ਜਗ੍ਹਾ ਧਰਨੇ ਲੱਗੇ ਹੋਏ ਆ ਵੀ ਕਲਾਕਾਰ 2-2 4-4 5-5 ਕਰਕੇ ਸਾਰੇ ਪਹੁੰਚ ਰਹੇ। ਤੁਹਾਨੂੰ ਕੀ ਲੱਗਦਾ ਇਸ ਸੰਘਰਸ਼ ਦਾ ਨਤੀਜਾ ਨਿਕਲੇਗਾ ਕਿ ਸਿਰਫ ਇਹ ਅੰਦੋਲਨ ਇੱਥੋਂ ਤੱਕ ਹੀ ਸੀਮਤ ਰਹਿ ਜਾਏਗਾ ਰੇਲ ਰੋਕੋ ਤੱਕ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਭੁਪਿੰਦਰ ਗਿੱਲ, ਇੱਧਰ ਮੇਰੇ ਛੋਟੇ ਵੀਰ, ਤੇ ਚੈਨਲ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਗੱਲਾਂ ਕਰ ਰਹੇ ਹਾਂ, ਬਾਈ ਜੀ ਨਾਲ ਗੱਲਾਂ ਕਰ ਰਹੇ ਹਾਂ। ਹਾਂ, ਗੱਲ ਕਰਦੇ ਹਾਂ ਵੀ ਆਪਾਂ ਵੀ ਇਹਦਾ ਕੋਈ ਰਿਜ਼ਲਟ ਨਿਕਲੂਗਾ ਜਾਂ ਨਹੀਂ ਨਿਕਲੂਗਾ। ਇਹਦਾ ਰਿਜ਼ਲਟ 100% ਆਏਗਾ, ਕਿਉਂਕਿ ਸਾਡੇ ਜਿਹੜੇ ਕਿਸਾਨ ਭਰਾ ਹੈ ਉਹ ਪੂਰੇ ਮੋਢੇ ਨਾਲ ਮੋਢਾ ਲਾ ਕੇ, ਇੱਥੇ ਸਾਰੀਆਂ ਪਾਰਟੀਆਂ ਮੋਢੇ ਨਾਲ ਮੋਢਾ ਲਾ ਕੇ ਇਕਜੁੱਟ ਹੋ ਗਈਆਂ ਸਾਰੀਆਂ, ਤੇ ਹੁਣ ਤਾਂ ਬਸ ਬੱਲੇ ਬੱਲੇ ਹੋਈ ਪਈ ਹੈ। ਪੱਕਾ 100% ਰਿਜ਼ਲਟ ਆਊਗਾ ਜੀ। ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਸੀ, ਪਰ ਕਿਸਾਨਾਂ ਵੱਲੋਂ ਸੱਦਾ 2 ਵਾਰ ਠੁਕਰਾ ਦਿੱਤਾ ਗਿਆ ਗੱਲਬਾਤ ਕਰਨ ਲਈ। ਤੁਹਾਨੂੰ ਕੀ ਲੱਗਦਾ ਹੈ ਕਿ ਟੇਬਲ ਤੇ ਬਹਿ ਕੇ ਗੱਲ ਹੋਏਗੀ? ਕਿਉਂਕਿ ਰੂਮ ਦੇ ਅੰਦਰ ਜਾ ਕੇ ਗੱਲ ਕੋਈ ਹੋਰ ਹੁੰਦੀ ਹੈ, ਸੰਘਰਸ਼ ਵਿੱਚ ਗੱਲ ਕੋਈ ਹੋਰ ਹੁੰਦੀ ਹੈ। ਪਹਿਲਾਂ ਦੇਖੋ, ਸੈਂਟਰ ਸਰਕਾਰਾਂ ਨੇ ਕਦੇ ਵੀ ਸਾਡੇ ਨਾਲ ਸਹੀ ਫੈਸਲੇ ਲੈ ਲਏ। ਜਿਹੜੀ ਸੈਂਟਰ ਸਰਕਾਰ ਹੈ ਨਾ, ਸਰਮਾਏਦਾਰਾਂ ਦੀਆਂ ਸਰਕਾਰਾਂ ਨੇ ਸੈਂਟਰ ਦੇ ਵਿੱਚ ਹਮੇਸ਼ਾ ਹੀ ਜਦੋਂ ਹੁੰਦਾ ਉਹ ਪੰਜਾਬ ਨਾਲ ਵਧੀਕੀ ਹੁੰਦੀ ਰਹੀ ਆ। ਸੋ ਇਸ ਕਰਕੇ ਜਿਹੜੇ ਪੰਜਾਬ ਦੀਆਂ ਜਥੇਬੰਦੀਆਂ ਉਹ ਡਰ ਰਹੀਆਂ ਨੇ ਕਿਤੇ ਸਾਨੂੰ ਬੁਲਾ ਕੇ ਕੋਈ ਇਹੋ ਜਿਹੀ ਗੱਲਬਾਤ ਨਾ ਕਰ ਦੇਣ ਵੀ ਸਾਨੂੰ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਉਹਨਾਂ 'ਚ ਕੁਝ ਬੰਦੇ ਇਹੋ ਜਿਹੇ ਬਾੜ ਦਿੱਤੇ ਜਾਣ ਜਿਹੜੇ ਵਿਕ ਜਾਣ। ਸੋ ਮੇਰਾ ਖਿਆਲ ਆ ਵੀ ਇਹ ਹੁਣ ਟੋਟਲੀ ਡਿਪੈਂਡ ਕਰਦਾ ਜਥੇਬੰਦੀਆਂ ਤੇ ਵੀ ਜੇ ਉਹ ਅੜੀਆਂ ਰਹੀਆਂ ਤਾਂ ਹੀ ਸੰਘਰਸ਼ ਅਸੀਂ ਜਿੱਤ ਸਕਾਂਗੇ, ਨਹੀਂ ਬੜਾ ਮੁਸ਼ਕਲ ਹੋ ਜਾਣਾ। ਔਰ ਉਹਨਾਂ ਨੇ ਸਾਡੇ ਵਿੱਚ ਇਦਾਂ ਦੇ ਬੰਦੇ ਬਾੜਨੇ ਹੀ ਬਾੜਨੇ ਆ ਕਿ ਮੂਵਮੈਂਟ ਨੂੰ ਫੇਲ ਕੀਤਾ ਜਾਵੇ। ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਕਿ ਕੋਇਲਾ ਖਤਮ ਹੋਣ ਵਾਲਾ ਹੈ, ਬਿਜਲੀ ਪੰਜਾਬ ਵਿੱਚ ਬੰਦ ਹੋਣ ਵਾਲੀ ਹੈ 2-3 ਦਿਨ। ਤੁਹਾਨੂੰ ਕੀ ਲੱਗਦਾ ਹੈ? ਨਹੀਂ, ਇਹ ਤਾਂ ਝੂਠ ਹੈ। ਪਹਿਲਾਂ ਵੀ ਤਾਂ ਸਾਰਾ ਕੁਝ ਹੈਗਾ ਹੀ ਸੀਗਾ। ਇਹ ਤਾਂ ਹੁਣ ਵੀ ਜੇ ਤਾਂ ਰੇਲਾਂ ਬੰਦ ਕਰਤੀਆਂ ਤਾਂ ਕਹਿ ਰਹੇ ਹੋ, ਅਦਰਵਾਈਜ਼ ਕੁਝ ਨਹੀਂ ਖਤਮ ਹੋਣ ਵਾਲਾ, ਸਭ ਕੁਝ ਓਕੇ ਹੈ। ਪੰਜਾਬ ਦੀ ਲੋਕਡਾਊਨ ਦੇ ਅੰਦਰ ਤਾਂ ਸਾਰਾ ਕੁਝ ਬੰਦ ਨਹੀਂ ਹੋਇਆ ਹੈ ਨਾ, ਜਦੋਂ ਤਾਂ ਸਾਰਾ ਕੁਝ ਉਹ ਸੀ ਨਾ, ਸਾਰਾ ਕੁਝ ਚੱਲਦਾ ਹੀ ਰਿਹਾ। ਦੇਖੋ, ਉਦੋਂ ਵੀ ਚੱਲਦਾ ਰਿਹਾ, ਤੇ ਹੁਣ ਜੇ ਕਿਸਾਨਾਂ ਦੀ ਵਾਰੀ ਆਈ ਹੈ, ਇਹਨਾਂ ਨੂੰ ਪ੍ਰੋਬਲਮ ਦਿੱਤੀ ਹੈ ਤੇ ਇਹਨਾਂ ਨੂੰ ਦੁੱਖ ਪਹੁੰਚਾਇਆ। ਹੁਣ ਜੇ ਰੇਲਾਂ ਬੰਦ ਕਰਤੀਆਂ ਇਹਦਾ ਮਤਲਬ ਹੁਣ ਕੋਲਾ ਐ ਥੋੜੀ ਹੁਣ ਕੋਲਾ ਬੰਦ ਹੋਊਗਾ। ਇਹ ਕੋਈ ਇਹਦਾ ਦੀ ਪ੍ਰੋਬਲਮ ਨਹੀਂ। ਇਹ ਰੇਲਾਂ ਰੋਕ ਕੇ ਆਪਣਾ ਸੰਘਰਸ਼ ਕਰ ਰਹੇ ਆ ਤੇ ਜ਼ਿੰਦਾਬਾਦ ਆ ਕੰਮ। ਅਗਲੀ ਰਣਨੀਤੀ ਕੀ ਹੋਵੇਗੀ ਤੁਹਾਡੀ ਸਭ ਦੀ? ਜੰਗਾਂ ਜਾਰੀਆਂ ਹੀ ਜਿੱਤਾਂਗੇ, ਬਸ ਇਹੀ ਹੈ ਹੁਣ ਤਾਂ, ਹੋਰ ਤਾਂ ਕੁਝ ਨਹੀਂ ਹੈ ਨਾ। ਹਾਂਜੀ, ਬਿਲਕੁਲ ਅਸੀਂ ਬਿਲਕੁਲ ਜੀ, ਬਿਲਕੁਲ। ਇਹ ਜਿਹੜੇ ਬਿੱਲ ਪਾਸ ਕੀਤੇ ਆ ਇਹਨਾਂ ਨੂੰ ਅਸੀਂ ਵਾਪਸ ਕਰਵਾ ਕੇ ਹੀ ਸਾਹ ਲਵਾਂਗੇ। ਸਾਡਾ ਕਲਾਕਾਰ ਭਾਈਚਾਰਾ ਚਾਹੇ ਕੋਈ ਪੰਜਾਬ ਦੇ ਕਿਸੇ ਵੀ ਕੋਨੇ 'ਚ ਹੋਵੇ, ਜਿੱਥੇ ਵੀ ਕੋਈ ਰੈਲੀ ਹੋ ਰਹੀ ਹੈ, ਹਮੇਸ਼ਾ ਸਾਡੇ ਭਰਾ ਨਵੇਂ ਆਰਟਿਸਟ ਪੁਰਾਣੇ ਸਾਰੇ ਕਿਸਾਨਾਂ ਦੇ ਨਾਲ ਹੈ, ਕਿਉਂਕਿ ਕਿਸਾਨਾਂ ਦੇ ਨਾਲ ਹੀ ਸਾਰਾ ਕੁਝ ਹੈ। ਤੇ ਜੇ ਕਹਿੰਦੇ ਹੁੰਦੇ ਆ ਵੀ ਕਿਸਾਨੀ ਖਤਮ ਹੋ ਗਈ ਤੇ ਸਾਡੇ ਪ੍ਰੋਗਰਾਮ ਸਾਡੇ ਖਾੜੇ ਕਿਹਨੇ ਲਵਾਉਣੇ ਆ? ਇਸ ਕਰਕੇ ਅਸੀਂ ਕਿਸਾਨਾਂ ਦੇ ਧੀ ਪੁੱਤ ਵੀ ਆ, ਸਾਡਾ ਫਰਜ਼ ਵੀ ਬਣਦਾ ਹੈ। ਸਾਡੇ ਪਿਓ ਤੇ ਕੋਈ ਸਾਡੇ ਭੈਣ ਭਰਾ ਤੇ ਜਦੋਂ ਕੋਈ ਸਾਨੂੰ ਉਹਨੂੰ ਪ੍ਰੋਬਲਮ ਆਉਂਦੀ ਹੈ ਅਸੀਂ ਉਹਦੇ ਨਾਲ ਖੜ੍ਹਦੇ ਹਾਂ। ਇਸ ਕਰਕੇ ਸਾਡੇ ਕਿਸਾਨ ਹੈ ਜਿਹੜਾ ਕਿਸੇ ਵੀ, ਚਾਹੇ ਹਰਿਆਣੇ ਦਾ ਹੋਵੇ ਚਾਹੇ ਪੰਜਾਬ ਦਾ ਹੋਵੇ, ਅਸੀਂ ਹਮੇਸ਼ਾ ਇਹਨਾਂ ਦੇ ਨਾਲ ਹੈ, ਇਹਨਾਂ ਦੇ ਧੀ ਪੁੱਤ ਹੈ, ਨਾਲ ਖੜਾਂਗੇ।
ਇਸ ਸਮੇਂ ਅਸੀਂ ਮੌਜੂਦ ਹਾਂ ਮੋਰਿੰਡਾ ਕਿਸਾਨਾਂ ਦੇ ਧਰਨੇ ਵਿੱਚ, ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਨੇ ਤੇ ਪਿਛਲੇ ਤਕਰੀਬਨ 1 ਮਹੀਨੇ ਤੋਂ ਰੇਲ ਰੋਕੋ ਧਰਨਾ ਜਾਰੀ ਕੀਤਾ ਗਿਆ ਹੈ ਕਿਸਾਨਾਂ ਵੱਲੋਂ। ਤੇ ਅੱਜ ਧਰਨੇ ਦੇ ਵਿੱਚ ਕਿਸਾਨਾਂ ਨੂੰ ਪੰਜਾਬੀ ਇੰਡਸਟਰੀ, ਪੰਜਾਬੀ ਕਲਾਕਾਰਾਂ ਨੇ ਸ਼ਮੂਲੀਅਤ ਕੀਤੀ, ਪੰਜਾਬੀ ਕਲਾਕਾਰਾਂ ਨੇ ਸਮਰਥਨ ਦਿੱਤਾ। ਆਪਾਂ ਗੱਲਬਾਤ ਕਰਦੇ ਹਾਂ ਕਿਸਾਨਾਂ ਦੇ ਨਾਲ। ਤੁਹਾਡੇ ਧਰਨੇ ਦੇ ਵਿੱਚ ਅੱਜ ਪੰਜਾਬੀ ਕਲਾਕਾਰ ਪਹੁੰਚੇ ਨੇ, ਤੁਹਾਡਾ ਸਮਰਥਨ ਕੀਤਾ ਹੈ, ਤੁਹਾਨੂੰ ਕਿਵੇਂ ਮਹਿਸੂਸ ਹੁੰਦਾ? ਸਾਨੂੰ ਬਹੁਤ ਵਧੀਆ ਮਹਿਸੂਸ ਹੁੰਦਾ। ਪਿਛਲੇ 1 ਅਕਤੂਬਰ ਤੋਂ ਅਸੀਂ ਇੱਥੇ ਰੇਲਵੇ ਲਾਈਨਾਂ ਤੇ ਬੈਠੇ ਹਾਂ। ਲੋਕਾਂ ਦਾ ਜਿਵੇਂ ਬਹੁਤ ਉਤਸ਼ਾਹ ਮਿਲ ਰਿਹਾ ਸੀ, ਬਹੁਤ ਪੀਕ ਤੇ ਸੀ ਧਰਨਾ, ਇਹ ਬਹੁਤ ਲੋਕਾਂ ਦਾ ਉਤਸ਼ਾਹ ਮਿਲ ਰਿਹਾ ਸੀ। ਉਸੇ ਤਰ੍ਹਾਂ ਕਲਾਕਾਰ ਵੀਰਾਂ ਨੇ ਵੀ ਸਾਨੂੰ ਸਮਰਥਨ ਦੇ ਕੇ ਸਾਨੂੰ ਹੌਸਲੇ ਨੂੰ ਵਧਾਇਆ। ਜਿਵੇਂ ਇੱਕ ਰੀਚਾਰਜ ਕਹਿੰਦੇ ਹੁੰਦੇ, ਸਾਨੂੰ ਰੀਚਾਰਜ ਕੀਤਾ। ਅਸੀਂ ਹੋਰ ਵੀ ਤਾਕਤ ਨਾਲ ਹੁਣ ਸਰਕਾਰ ਦੇ ਖਿਲਾਫ ਲੜਾਂਗੇ ਅਤੇ ਰੇਲਵੇ ਪਟੜੀਆਂ ਤੇ ਇਸੇ ਤਰ੍ਹਾਂ ਡਟੇ ਰਹਾਂਗੇ। ਦਿਨ ਰਾਤ ਦਾ ਇਹ ਧਰਨਾ ਜੋ ਅਸੀਂ ਇਹਨੂੰ ਲਗਾਤਾਰ ਜਾਰੀ ਰੱਖਾਂਗੇ। ਕੇਂਦਰ ਸਰਕਾਰ ਵੱਲੋਂ ਤੁਹਾਨੂੰ ਸੱਦਾ ਦਿੱਤਾ ਗਿਆ ਸੀ, 2 ਵਾਰ ਸੱਦਾ ਦਿੱਤਾ ਗਿਆ, ਪਰ ਸੱਦਾ ਠੁਕਰਾ ਦਿੱਤਾ ਗਿਆ ਕਿਸਾਨਾਂ ਵੱਲੋਂ। ਕੀ ਕਾਰਨ ਸੀ ਸੱਦਾ? ਨਹੀਂ, ਉਹ ਕੋਈ ਸੱਦਾ ਜੋ ਦਿੱਤਾ ਸੀ ਉਹ ਵਧੀਆ ਤਰੀਕੇ ਨਾਲ ਨਹੀਂ ਸੀ ਦਿੱਤਾ। ਉਹਦੇ ਵਿੱਚ ਵੀ ਕੇਂਦਰ ਸਰਕਾਰ ਦੀ ਇੱਕ ਚਾਲ ਮਹਿਸੂਸ ਹੋ ਰਹੀ ਸੀ, ਜਿਵੇਂ ਕਿ ਪੰਜਾਬ ਦੇ ਕਿਸਾਨਾਂ ਨੂੰ ਬੁਲਾ ਰਿਹਾ, ਹਰਿਆਣੇ ਦੇ ਕਿਸਾਨਾਂ ਨੂੰ ਬੁਲਾਇਆ ਨਹੀਂ, ਜਦ ਕਿ ਹਰਿਆਣੇ ਦੇ ਕਿਸਾਨ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਨਾਲ ਲੜਾਈ ਦੇ ਵਿੱਚ ਸ਼ਾਮਲ ਨੇ। ਉਹ ਕਿਸਾਨ ਜਥੇਬੰਦੀ ਨੂੰ ਪਾੜਨ ਤੇ ਲੱਗੇ ਹੋਏ ਨੇ ਕੇਂਦਰ ਸਰਕਾਰ ਆ ਜੋ। ਉਹਦੇ ਕਰਕੇ ਜਦੋਂ ਵੀ ਉਹਨਾਂ ਦੀ ਨੀਤ ਸਾਫ਼ ਹੋਈ, ਉਹ ਵਧੀਆ ਤਰੀਕੇ ਨਾਲ ਸੱਦਾ ਦੇਣਗੇ ਤਾਂ ਸਾਡੇ ਲੀਡਰ ਜ਼ਰੂਰ ਉੱਥੇ ਜਾਣਗੇ, ਉਹਨਾਂ ਨਾਲ ਗੱਲਬਾਤ ਕਰਨਗੇ। ਕੀ ਲੱਗਦਾ ਜੇਕਰ ਸੱਦਾ ਨਾ ਮਿਲਿਆ ਤਾਂ ਸੰਘਰਸ਼ ਕਿੰਨਾ ਚਿਰ ਜਾਰੀ ਰਹੇਗਾ? ਇਹ ਸੰਘਰਸ਼ ਲਗਾਤਾਰ ਜਾਰੀ ਰਹੂਗਾ, ਭਾਵੇਂ ਮਹੀਨਾ, 2 ਮਹੀਨੇ, 3 ਮਹੀਨੇ, ਪਤਾ ਨਹੀਂ ਸਾਲਾਂ ਉਹਦੀ ਵੀ ਹੋ ਸਕਦਾ। ਪਰ ਇੱਕੋ ਇੱਕ ਗੱਲ ਹੈ ਜਿਹੜੀ ਉਹ ਸਾਨੂੰ ਸੱਦੇ ਭੇਜਦਾ ਬਾਰ-ਬਾਰ। ਉਹ ਸੱਦਿਆਂ ਤੇ ਜੇਕਰ ਕਿਸਾਨ ਯੂਨੀਅਨ ਨਹੀਂ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਤਾਂ ਉਹਨਾਂ ਦੇ ਜਿਹੜੇ MP ਬਣਦੇ ਆ ਉਹ ਆ ਕੇ ਸਾਡੇ ਨਾਲ ਪੰਜਾਬ ਦੇ ਵਿੱਚ ਖੁਦ ਗੱਲ ਕਰਨ, ਆ ਕੇ ਸਾਡੇ ਲੀਡਰਾਂ ਨਾਲ। ਅਸੀਂ ਉਹਦਾ ਜਵਾਬ ਸਾਰੀ ਕਿਸਾਨ ਯੂਨੀਅਨ ਇਕੱਠੀ ਹੋ ਕੇ ਦਊਗੀ ਬਈ ਅਸੀਂ ਥੋੜੀ ਗੱਲ ਦੇ ਨਾਲ ਸਹਿਮਤ ਹਾਂ ਜਾਂ ਨਹੀਂ ਹੈ। ਸਾਡੇ ਲੀਡਰ ਜੋ ਕੁਛ ਉਹਨਾਂ ਦੇ ਦਿਮਾਗ ਦੇ ਵਿੱਚ ਹੈ, ਜੇ ਸਹੀ ਫੈਸਲਾ ਕਰਨਗੇ ਸੈਂਟਰ ਵਾਲੇ ਤਾਂ ਅਸੀਂ ਕਰ ਲਾਂਗੇ, ਨਹੀਂ ਤਾਂ ਸੰਘਰਸ਼ ਲਗਾਤਾਰ ਜਾਰੀ ਰਹੂ। ਤੁਹਾਨੂੰ ਕੀ ਲੱਗਦਾ ਕਿ ਜੇਕਰ ਬਿੱਲਾਂ ਦੇ ਵਿੱਚ ਸੋਧ ਕੀਤੀ ਜਾਂਦੀ ਹੈ, ਵਾਪਸ ਨਹੀਂ ਲਏ ਜਾਂਦੇ, ਤਾਂ ਤੁਸੀਂ ਸਰਕਾਰ ਦਾ ਸਾਥ ਦੇਣ ਨੂੰ ਤਿਆਰ ਹੋ? ਨਹੀਂ ਜੀ, ਨਹੀਂ, ਅਸੀਂ ਸੋਧ ਨੂੰ ਨਹੀਂ ਤਿਆਰ ਹੈਗੇ। ਅਸੀਂ ਤਾਂ ਉਹ 3 ਆਰਡੀਨੈਂਸ ਹੈ ਜਿਹੜੇ ਉਹ ਬਿਲਕੁਲ ਕੈਂਸਲ ਕਰਾਉਣੇ ਆ। ਉਹ ਕੈਂਸਲ ਦੇ ਨਾਲ ਹੀ ਸਾਡਾ ਪੰਜਾਬ ਨੇ ਬਚਣਾ ਹੈ, ਨਹੀਂ ਤਾਂ ਪੰਜਾਬ ਦਾ ਸਾਡੇ ਬੱਚੇ, ਆਉਣ ਵਾਲੀ ਪੀੜ੍ਹੀ, ਸਾਨੂੰ ਰੋਟੀ ਨਹੀਂ ਉਹਨਾਂ ਨੇ ਦੇਣੀ, ਸਾਨੂੰ ਵੀ ਉਹ ਘਰਾਂ ਤੇ ਬਾਹਰ ਕੱਢ ਦੇਣਗੇ। ਕਿਉਂਕਿ ਉਹਨਾਂ ਦੀ ਜ਼ਮੀਨ ਨਹੀਂ ਜਦ ਉਹਨਾਂ ਨੂੰ ਮਿਲਣੀ ਤਾਂ ਉਹ ਬੱਚੇ ਜਾਣਗੇ ਕਿੱਥੇ, ਤੇ ਸਾਡੇ ਬੱਚੇ ਰੁੜ ਕੇ ਮਰ ਜਾਣਗੇ। ਅਸੀਂ ਸੈਂਟਰ ਨੂੰ ਇਹੀ ਕਹਿੰਦੇ ਆ ਬਈ ਤੂੰ ਉਹ ਆਪਣਾ ਆਰਡੀਨੈਂਸ ਵਾਪਸ ਲੈ ਲੈ, ਵਾਪਸ ਲੈ ਕੇ ਸਾਨੂੰ ਪਹਿਲਾਂ ਮੰਗੇ ਇੱਥੇ ਪੰਜਾਬ ਦੇ ਵਿੱਚ, ਪੂਰੇ ਹਿੰਦੁਸਤਾਨ ਵਿੱਚ ਕਿਸਾਨ ਨੂੰ ਜਿੰਦਾ ਰਹਿਣ ਦਿਓ ਔਰ ਜਿਉਂਦੇ ਰੱਖੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਮਤ ਬਖਸ਼ੇ। ਇਹ ਆਰਡੀਨੈਂਸ ਵਾਪਸ ਕਰ ਲਵੇ, ਸਾਡੇ ਬੱਚੇ ਚੰਗਾ ਭਵਿੱਖ ਮਾਰ ਸਕਣ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ 1 ਹਫ਼ਤੇ ਦੇ ਵਿੱਚ ਸੈਸ਼ਨ ਬੁਲਾ ਕੇ ਵਿਧਾਨ ਸਭਾ ਦਾ ਇਹਨਾਂ ਬਿੱਲਾਂ ਨੂੰ ਰੱਦ ਕੀਤਾ ਜਾਵੇਗਾ ਪੰਜਾਬ ਦੇ ਵਿੱਚ। ਪਰ ਹੁਣ ਕਿਤੇ ਨਾ ਕਿਤੇ ਮੁੱਖ ਮੰਤਰੀ ਆਪਣੇ ਵਾਅਦੇ ਤੋਂ ਮੁੱਕਰਦੇ ਨਜ਼ਰ ਆ ਰਹੇ। ਮੁੱਖ ਮੰਤਰੀ ਸਾਹਿਬ ਤਾਂ ਆਪ ਸੈਂਟਰ ਨਾਲ ਰਲੇ ਹੋਏ ਨੇ, ਉਹ ਕਿਆ ਕਰਨਗੇ? ਬਾਕੀ ਉਹਨਾਂ ਨੇ ਕਰੋਨਾ ਦਾ ਬਹਾਨਾ ਲਾਤਾ ਵੀ ਕਰੋਨਾ ਚੱਲਦਾ ਪੰਜਾਬ ਦੇ ਵਿੱਚ, ਉਹਨਾਂ ਨੂੰ ਸੈਸ਼ਨ ਬੁਲਾਉਣਾ ਚਾਹੀਦਾ। ਕਰੋਨਾ ਕਿੱਥੇ ਰਹਿ ਗਿਆ? ਇਹ ਤਾਂ ਝੂਠੇ ਦਾਅਵੇ ਆ ਜੀ ਮੁੱਖ ਮੰਤਰੀ ਸਾਹਿਬ ਦੇ। ਜੇਕਰ ਮੁੱਖ ਮੰਤਰੀ ਸਾਹਿਬ ਸੈਸ਼ਨ ਨਹੀਂ ਬੁਲਾਉਂਦੇ ਤਾਂ ਤੁਸੀਂ ਅਗਲੀ ਰਣਨੀਤੀ ਮੁੱਖ ਮੰਤਰੀ ਖਿਲਾਫ ਤੁਹਾਡੀ ਕੀ ਹੋਵੇਗੀ? ਸਾਡੀ ਅਗਲੀ ਰਣਨੀਤੀ ਇਹ ਹੋਊਗੀ, ਜਿਵੇਂ ਅਸੀਂ BJP ਲੀਡਰਾਂ ਦਾ ਘਰੋਂ ਕਰ ਰਹੇ ਹਾਂ, ਜਿਵੇਂ ਅਸੀਂ BJP ਲੀਡਰਾਂ ਦੇ ਘਰਾਂ ਦੇ ਅੱਗੇ ਬੈਠੇ ਆ ਨਾ, ਜੇ ਮੁੱਖ ਮੰਤਰੀ ਨੇ ਸੈਸ਼ਨ ਨਾ ਬੁਲਾਇਆ, ਬਿੱਲ ਨਾ ਪਾਸ ਕੀਤਾ, ਅਸੀਂ ਕਾਂਗਰਸੀ MLA ਨੂੰ ਪਿੰਡਾਂ 'ਚ ਨਹੀਂ ਬਣ ਦੇਵਾਂਗੇ, ਇਹਨਾਂ ਦੀਆਂ ਕੋਠੀਆਂ ਦਾ ਘਰੋਂ ਕਰਾਂਗੇ। ਤੁਹਾਡੇ ਹਰ ਵਰਗ ਵੱਲੋਂ ਤੁਹਾਡਾ ਸਾਥ ਦਿੱਤਾ ਜਾ ਰਿਹਾ ਹੈ, ਚਾਹੇ ਉਹ ਕੋਈ ਵੀ ਵਰਗ ਹੈ, ਖਾਸ ਕਰਕੇ ਪੰਜਾਬੀ ਇੰਡਸਟਰੀ, ਪੰਜਾਬੀ ਕਲਾਕਾਰ। ਪਰ ਸਿਆਸੀ ਪਾਰਟੀਆਂ ਪੰਜਾਬ ਦੀਆਂ ਜਿਹੜੀਆਂ ਉਹ ਆਪਣੇ ਅਲੱਗ ਤਰੀਕੇ ਨਾਲ ਆਪਣੀਆਂ ਰੈਲੀਆਂ, ਆਪਣੇ ਧਰਨੇ ਪ੍ਰਦਰਸ਼ਨ ਕਰ ਰਹੀਆਂ ਨੇ, ਉਹਨਾਂ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ? ਅਸੀਂ ਉਹਨਾਂ ਦੀ ਕਾਰਗੁਜ਼ਾਰੀ ਨੂੰ ਦੇਖ ਰਹੇ ਹਾਂ, ਜਿਵੇਂ ਕਿ ਲੜਾਈ ਇਕੱਲੀ ਕਿਸਾਨਾਂ ਦੀ ਲੜਾਈ ਨਹੀਂ ਰਹੇਗੀ, ਪੂਰੇ ਸਮਾਜ ਦੀ ਲੜਾਈ ਬਣ ਗਈ ਹੈ ਇਹ। ਪੂਰਾ ਸਮਾਜ, ਪੂਰੇ ਭਾਈਚਾਰੇ ਸਾਰੇ, ਚਾਹੇ ਉਹ ਆੜਤੀ ਐਸੋਸੀਏਸ਼ਨ ਹੋਣ, ਚਾਹੇ ਉਹ ਵਪਾਰੀ ਭਾਈ ਵਰਗ ਹੋਵੇ, ਸਾਰੇ ਭਾਈਚਾਰੇ ਕਿਸਾਨਾਂ ਦੀ ਪਿੱਠ ਤੇ ਖੜੇ ਨੇ। ਪਰ ਉਹ ਜੇ ਰਾਜਨੀਤਿਕ ਪਾਰਟੀਆਂ ਉਹ ਇਹਦੇ ਵਿੱਚੋਂ ਸਿਆਸੀ ਰੋਟੀਆਂ ਸੇਕ ਰਹੀਆਂ, ਇਹਦੇ ਵਿੱਚੋਂ 2022 ਕੱਢਣਾ ਚਾਹੁੰਦੀਆਂ, ਜੋ ਕਿ ਅਸੀਂ ਉਹਨਾਂ ਨੂੰ ਬਿਲਕੁਲ ਨਹੀਂ ਕੱਢਣ ਦੇਵਾਂਗੇ। ਅਸੀਂ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ। ਕੀ ਲੱਗਦਾ ਹੈ ਜੇਕਰ ਕੇਂਦਰ ਸਰਕਾਰ ਤੁਹਾਡੀ ਨਹੀਂ ਸੁਣਦੀ ਤਾਂ ਅਗਲੀ ਰਣਨੀਤੀ ਤੁਹਾਡੀ ਕੀ ਹੈ? ਦਿੱਲੀ ਵੱਲ ਕੂਚ ਕੀਤਾ ਜਾਏਗਾ, ਦਿੱਲੀ ਨੂੰ ਘੇਰਿਆ ਜਾਏਗਾ, ਕੀ ਰਣਨੀਤੀ ਤੁਹਾਡੀ? ਇਹ ਅਗਲੀ ਰਣਨੀਤੀ ਇਹ ਹੋਊਗੀ, ਜਿਹੜੇ ਸਾਡੇ ਲੀਡਰ ਹੈ ਉਹ ਇਸ ਬਾਰੇ ਬਹੁਤ ਸੁਚੇਤ ਹੋਏ ਹੈ, ਉਹ ਰਣਨੀਤੀ ਘੜ ਰਹੇ ਹੈ ਵੀ ਆਪਾਂ ਨੇ ਅਗਲਾ ਪ੍ਰੋਗਰਾਮ ਕੀ ਕਰਨਾ ਹੈ। ਜੋ ਕੁਝ ਉਹ ਸਾਨੂੰ ਕਹਿ ਦੇਣਗੇ ਵੀ ਪਾਰਲੀਮੈਂਟ ਦਾ ਘਿਰਾਓ ਕਰਨਾ ਹੈ
ਜਾਂ ਜਾ ਕੇ ਮੋਦੀ ਦਾ ਘਿਰਾਓ ਕਰਨਾ ਹੈ। ਅਸੀਂ ਉਹਨਾਂ ਦੇ ਨਾਲ ਮੋਢਾ ਜੋੜ ਕੇ ਮਰਨ ਵਾਸਤੇ ਮੂਹਰੇ ਤਿਆਰ ਹੋ ਕੇ ਦਿੱਲੀ ਨੂੰ ਵੀ ਕੂਚ ਕਰਾਂਗੇ, ਪਰ ਸਾਡੇ ਲੀਡਰ ਜਿਸ ਤਰ੍ਹਾਂ ਕਹਿਣਗੇ ਅਸੀਂ ਉਸੇ ਤਰੀਕੇ ਨਾਲ ਚੱਲਣਾ ਹੈ। ਇੱਕ ਗੱਲ ਮੈਂ ਹੋਰ ਕਹਿ ਦਿੰਦਾ, ਜਿਹੜੀ ਸਿਆਸੀ ਪਾਰਟੀਆਂ ਫਿਰਦੀਆਂ ਚਾਰੇ, ਅਸੀਂ ਇਹਨਾਂ ਦਾ ਬਿਲਕੁਲ ਬਾਈਕਾਟ ਕਰਾਂਗੇ। ਆਪਣੇ ਨੁਮਾਇੰਦੇ ਖੜਾਉਂਗੇ ਕਿਸਾਨ ਯੂਨੀਅਨ ਦੇ, ਜਿਹੜੇ ਸਾਫ਼ ਸੁਥਰੇ ਹੋਣਗੇ। ਉਹਨਾਂ ਦੀ ਸਰਕਾਰ 22 ਦੇ ਵਿੱਚ ਅਵਸ਼ ਬਣਨੀ ਹੈ। ਇਹ ਤਾਕਤਾਂ ਜ਼ੋਰ ਲਾ ਲੈਣ, ਮੋਦੀ ਜ਼ੋਰ ਲਾ ਲਵੇ, ਰਾਜਾ ਜ਼ੋਰ ਲਾ ਲਵੇ, ਬਾਦਲ ਜ਼ੋਰ ਲਾ ਲੈਣ, ਆਪ ਵਾਲੇ ਜ਼ੋਰ ਲਾ ਲੈਣ। ਇਹਨਾਂ ਦਾ ਅਸੀਂ ਇੱਕ ਵੀ MLA ਨਹੀਂ ਬਣ ਦੇਣਾ। ਬਣਨਗੇ ਤਾਂ ਬਣਨਗੇ, ਸਾਰੇ ਕਿਸਾਨ ਯੂਨੀਅਨ ਦੇ ਨੁਮਾਇੰਦੇ ਬਣਨਗੇ। ਤੁਸੀਂ ਅੱਜ ਕਹਿ ਰਹੇ ਹੋ ਸੰਘਰਸ਼ ਦੇ ਵਿੱਚ ਕਿ ਕਿਸਾਨ ਯੂਨੀਅਨ ਦੇ ਨੁਮਾਇੰਦੇ ਬਣਨਗੇ, ਪਰ ਜਦੋਂ ਵੋਟਾਂ ਆਉਂਦੀਆਂ ਨੇ ਕਿਤੇ ਨਾ ਕਿਤੇ ਆਪਾਂ ਲੋਕ ਹੀ ਉਹਨਾਂ ਸਰਕਾਰਾਂ ਨੂੰ ਚੁਣ ਕੇ ਭੇਜਦੇ ਆ। ਜੇ ਕੇਂਦਰ ਦੀ ਮੋਦੀ ਸਰਕਾਰ ਦੀ ਗੱਲ ਕਰੀਏ ਤਾਂ ਮੋਦੀ ਸਰਕਾਰ ਨੂੰ ਆਪਾਂ ਹੀ ਚੁਣ ਕੇ ਭੇਜਿਆ। ਅੱਜ ਜੇ ਉਹ ਆਪਣੇ ਤੇ ਫੈਸਲਾ ਆਪਣਾ ਥੋਪ ਰਹੀ ਹੈ ਤਾਂ ਕਿਤੇ ਨਾ ਕਿਤੇ ਉਹਦੇ ਵਿੱਚ ਲੋਕਾਂ ਦੀ ਵੀ ਗਲਤੀ ਹੈ, ਆਪਣੀ ਵੀ ਗਲਤੀ ਹੈ। ਸਾਨੂੰ ਇਹਨਾਂ ਸੰਘਰਸ਼ਾਂ 'ਚੋਂ ਦੇਖ ਰਿਹਾ ਵੀ ਲੋਕ ਰਾਜਨੀਤਿਕ ਪਾਰਟੀਆਂ ਦੇ ਗਲਬੇ 'ਚੋਂ ਨਿਕਲ ਰਹੇ ਆ। ਅਸੀਂ ਉਹਨਾਂ ਨੂੰ ਇਹੀ ਗੱਲ ਕਹਿ ਰਹੇ ਹਾਂ ਵੀ ਇਕੱਲਾ ਇੱਕ ਕਿਸਾਨ ਬਣ ਰਹੋ, ਕਿਸਾਨ ਬਣ ਕੇ ਸੰਘਰਸ਼ਾਂ ਦੇ ਵਿੱਚ ਆਓ, ਕਿਸੇ ਰਾਜਨੀਤਿਕ ਪਾਰਟੀ ਦਾ ਠੱਪਾ ਆਪਣੇ ਤੇ ਨਾ ਲੱਗਣ ਦਿਓ। ਇਸ ਲਈ ਸਾਨੂੰ ਆਸ ਆ ਕਿ ਲੋਕ ਸਾਡਾ ਸਾਥ ਦੇਣਗੇ। ਅਸੀਂ ਜਿਹੜੀਆਂ ਇਹ ਰਾਜਨੀਤਿਕ ਪਾਰਟੀਆਂ ਇਹਨਾਂ ਨੂੰ ਮੂੰਹ ਨਹੀਂ ਲੋਕ ਲਾਉਣਗੇ, ਸਾਡਾ ਲੋਕ ਸਾਥ ਦੇਣਗੇ। ਇਹ ਸਨ ਸਾਡੇ ਨਾਲ ਕਿਸਾਨ ਯੂਨੀਅਨ ਦੇ, ਜਿਨ੍ਹਾਂ ਵੱਲੋਂ ਮੋਰਿੰਡੇ ਦੇ ਵਿੱਚ ਪਿਛਲੇ ਤਕਰੀਬਨ 1 ਮਹੀਨੇ ਤੋਂ ਧਰਨਾ ਲਗਾਇਆ ਜਾ ਰਿਹਾ ਹੈ। ਅੱਜ ਇਸ ਧਰਨੇ ਦੇ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਕਲਾਕਾਰਾਂ ਨੇ ਵੀ ਸ਼ਮੂਲੀਅਤ ਕੀਤੀ। ਇਹਨਾਂ ਦਾ ਕਹਿਣਾ ਹੈ ਕਿ ਜੇਕਰ ਕਾਲੇ ਕਾਨੂੰਨਾਂ ਨੂੰ ਵਿੱਚ ਸੋਧ ਨਹੀਂ ਚਾਹੀਦੀ, ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਉਹ ਆਪਣਾ ਸੰਘਰਸ਼ ਖਤਮ ਕਰਨਗੇ। ਬਹੁਤ ਬਹੁਤ ਧੰਨਵਾਦ।